श्री वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद चकर चहन अर बरन जात अर पात नहन जेहे रूप रंग अर रेख पेख को कह न सकत कहे अचल मूरत अनभव प्रकाश अमितोज कह जय कोट इंद्र इंद्राण साहे साहाण गण जय तरे भवन महीप सुर नर असुर नेत नेत बन तृण कहत तब सर्ब नाम कथा कवन कर्म नाम बरनत समत तब सर्ब नाम कथा कवन कर्म नाम बरनत समत माधो जल की प्यास न जाए जल मह अगन उठी अद कहाए तू जल निध हो जल का मीन जल मह रहो जल बिन खीन तू पिंजर हो सुवटा तोर जम मंजार कहाँ कर मोर तू तरवर हो पंखी आहे मंद भागी तेरो दर्शन नाहे तू सतगुर हो नौ तन चेला कह कबीर मिल अंत की बेला तू सतगुर हो नौ तन चेला कह कबीर मिल अंत की बेला देखो भाई ज्ञान की आई आंधी सब उड़ानी परम की टाटी रह न माया बंधी दुचिते की दोए थो नगरानी मोह बलेडा टूटा तिसना छान परी तारे ऊपर दुर्मत भांडा फूटा आंधी पाछे जो जल बरख तेरा जन पीना कह कबीर मन भया प्रगासा उदय भान जब चीना
हम अवगुण भरे एक गुण नाही, अमृत छाड़ बिख बिख, माया मोह परम पै सुत दारा स्यों। एक उत्तम पंथ सुन्यो गुर संगत, तेह मिलंत जम, एक अरदास पाठ कीरत की, गुर रामदास सकहो टल गुर सेविया, अहनस सहज दर्शन परसै गुरु का, जन्म मरण दुख जाए, होवै सिफत खसंबंधी, नूर अरसों कुरसों चटिया, खुद डठे सच्चे पातशाह, मल जन्म जन्म दी कटिया, सजन सच्चा पातशाह, सिर साहांदै साहो, जिस पास बैठिया सोहिए, सबना दा वेसाहो। सतनाम वाहिगुरु साहिब जीओ, बिलावल मोहल्ला पंजवा, सुख निदान प्रीतम प्रभ मेरे, अगनत गुण ठाकुर प्रभ तेरे, मोहे अनाथ तुमरी शरण आए, कर कृपा हर चरण ध्याई, सुख निदान प्रीतम प्रभ मेरे, अगनत गुण ठाकुर प्रभ तेरे, मोहे अनाथ तुमरी शरण आए, कर कृपा हर चरण ध्याई, दया करो बसो मन आए, मोहे निर्गुण लीजै लड़ लाए, रहाओ प्रभ चित आवै, तां कैसी पीड़, हर सेवक नाही जम पीड़, सर्ब दुख हर सिमरत नसे, जाका संग सदा प्रभ बसै, प्रभ का नाम मन तन आधार, बिसरत नाम होवत तन शार, प्रभ चित आए पूरन सब काज, हर बिसरत सबका मोहताज, चरण कमल संग लागी प्रीत, बिसर गए सब दुर्मत रीत, मन तन अंतर
ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਜਮਾਂ ਦੇ ਤਰਾਸ ਤੋਂ ਮੁਕਤ ਹੋਣ ਦਾ ਇੱਕੋ ਇੱਕ ਸਾਧਨ ਹੈ, ਦੇਨ ਤੇ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਨੀ। ਵੱਡਿਆਂ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਵਿੱਤਰ ਚਰਨਾਂ 'ਚ ਜੁੜ ਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਇਆਨੰਦ ਸੁਆਮੀ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਰੱਬੀ ਤੇ ਤੁਰਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਗੁਰਬਾਣੀ ਦੇ ਵਿਚਾਰ ਦੁਨੀਆ ਦੇ ਜਿਤਨੇ ਵੀ ਕਰਮ ਨੇ ਸਾਰਿਆਂ ਤੋਂ ਉੱਤਮ ਤੇ ਸ੍ਰੇਸ਼ਟ ਕਰਮ ਹੈ। ਅੰਮ੍ਰਿਤ ਵੇਲੇ ਗੁਰਦੇਵ ਜੀ ਨੇ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਤੇ ਬਿਰਤੀਆਂ ਨੂੰ ਗੁਰਦੇਵ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜੀਏ। ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ। ਰਾਗ ਬਿਲਾਵਲ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਸ਼ਬਦ ਹੈ। ਸੁੱਖਾਂ ਦੇ ਖਜ਼ਾਨੇ ਵਾਹਿਗੁਰੂ ਜੀ। ਸੁਖ ਨਿਦਾਨ ਪੰਜਵੇਂ ਪਾਤਸ਼ਾਹ ਫਰਮਾਉਂਦੇ ਹੈ ਕਿ ਪਰਮੇਸ਼ਰ ਸੁੱਖਾਂ ਦਾ ਖਜ਼ਾਨਾ। ਕਿ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਸੁੱਖਾਂ ਦਾ ਖਜ਼ਾਨਾ। ਸੁਖ ਨਿਦਾਨ ਪ੍ਰੀਤਮ। ਜਦੋਂ ਪ੍ਰੀਤਮ ਸ਼ਬਦ ਵਰਤਿਆ ਜਾਂਦਾ ਤਾਂ ਉਹਦਾ ਮਤਲਬ ਹੈ ਪ੍ਰਿਆਤਮ, ਜੋ ਸਾਨੂੰ ਸਾਡੀ ਆਤਮਾ ਤੋਂ ਵੀ ਵੱਧ ਪਿਆਰਾ ਹੈ, ਉਹਨੂੰ ਕਹਿੰਦੇ ਨੇ ਪ੍ਰੀਤਮ। ਕਿ ਜਿਹੜਾ ਸਾਨੂੰ ਸਾਡੀ ਨਿਜ ਆਤਮਾ ਤੋਂ ਵੀ ਵੱਧ ਪਿਆਰਾ ਹੋਵੇ। ਸਾਨੂੰ ਧਨ ਜ਼ਮੀਨ ਜਾਇਦਾਦ ਪਿਆਰੀ ਹੈ, ਸਾਡੇ ਕਿਸੇ ਜੀ ਤੇ ਸਾਡੇ ਕਿਸੇ ਪਰਿਵਾਰਕ ਮੈਂਬਰ ਤੇ ਬੱਚੇ ਤੇ ਕੋਈ ਸਮੱਸਿਆ ਆਵੇ ਤਾਂ ਉਸ ਧਨ ਨੂੰ ਉਸ ਜਾਇਦਾਦ ਨੂੰ ਅਸੀਂ ਉਹਦੇ ਤੋਂ ਨਿਛਾਵਰ ਕਰ ਦਿੰਦੇ ਆ ਵੀ ਇਹਦੀ ਜਿੰਦ ਬਚ ਜਾਏ। ਯਾਨੀ ਕਿ ਧਨ ਨਾਲੋਂ ਵੱਧ ਪਿਆਰੀ ਆਪਣੀ ਔਲਾਦ ਹੈ, ਆਪਣੀ ਸੰਤਾਨ ਹੈ, ਆਪਣਾ ਪਰਿਵਾਰ ਹੈ।
ਵਿਪਤਾ ਦੀ ਘੜੀ ਆਵੇ, ਭੁੱਖ ਦੇ ਨਾਲ, ਮਹਾਕਾਲ ਦੇ ਨਾਲ ਜੀਵ ਬੇਬਲ ਹੋ ਕੇ ਮਰ ਰਹੇ ਹੋਣ, ਮੁੱਕ ਰਹੇ ਹੋਣ, ਤਾਂ ਉਸ ਵਕਤ ਐਸਾ ਵੀ ਸਮਾਜ ਦੇ ਵਿੱਚ ਵਰਤਾਰਾ ਵਰਤਦਾ ਰਿਹਾ ਜਾਂ ਵਰਤਦਾ ਵੀ ਹੈ ਕਿਤੇ, ਕਿ ਫਿਰ ਆਪਣੇ ਬੱਚਿਆਂ ਨਾਲੋਂ, ਆਪਣੇ ਪਰਿਵਾਰ ਨਾਲੋਂ ਆਪਣੀ ਜਿੰਦ ਵੱਧ ਪਿਆਰੀ ਲੱਗਦੀ ਹੈ, ਆਪਣਾ ਸਰੀਰ ਵੱਧ ਪਿਆਰਾ ਲੱਗਦਾ ਹੈ। ਪਿੱਛੇ ਜੀ ਇੱਕ ਖਬਰ ਆਈ ਸੀ ਕਿ ਆਪਣੀ ਇੱਕ ਬੱਚੀ 5-6 ਸਾਲ ਦੀ ਨੂੰ ਲੈ ਕੇ ਕੋਈ ਅਮਰੀਕਾ ਬਾਰਡਰ ਕ੍ਰੋਸ ਕਰ ਰਿਹਾ ਸੀ, ਤਾਂ ਰਸਤੇ ਦੇ ਵਿੱਚ ਬਹੁਤ ਸਾਰੀ ਸਮੱਸਿਆਵਾਂ ਦਾ ਸਾਹਮਣਾ ਕਰਦਿਆਂ ਇੱਕ ਪਹਾੜ ਤੇ ਚੜ੍ਹਦਿਆਂ ਜਦੋਂ ਉਹਨਾਂ ਨੇ ਵੇਖਿਆ ਵੀ ਹੁਣ ਬੱਚਾ ਬਿਮਾਰ ਹੈ, ਇਹਨੂੰ ਚੁੱਕ ਕੇ ਲਿਜਾਣਾ ਔਖਾ ਹੈ, ਤੇ ਉੱਥੇ ਛੱਡ ਕੇ ਉੱਥੇ ਚਲੇ ਗਏ। ਯਾਨੀ ਕਿ ਰੋਏ ਵੀ ਹੋਣਗੇ, ਕੁਰਲਾਏ ਵੀ ਹੋਣਗੇ, ਪਰ ਉਹਦੇ ਤੋਂ ਵੱਧ ਪਿਆਰਾ ਆਪਣਾ ਤਨ ਸੀ ਵੀ ਹੁਣ ਉਹਨੂੰ ਬਚਾ ਨਹੀਂ ਸੀ ਸਕਦੇ, ਜਾਂ ਆਪ ਬਚਦੇ ਜਾਂ ਉਸ ਨੂੰ ਬਚਾਉਂਦੇ। ਤੋ ਕਾਲ ਦਾ ਸਮਾਂ ਜਦੋਂ ਭੁੱਖਮਾਰੀ ਹੁੰਦੀ ਹੈ, ਮਹਾਮਾਰੀਆਂ ਫੈਲਦੀਆਂ ਨੇ, ਉਦੋਂ ਵੀ ਮਨੁੱਖ ਨੂੰ ਫਿਰ ਆਪਣਾ ਤਨ ਵੱਧ ਪਿਆਰਾ ਹੁੰਦਾ ਵੀ ਮੈਂ ਕਿਸੇ ਤਰੀਕੇ ਬਚਾਂ। ਯਾਨੀ ਕਿ ਫਿਰ ਉਹਨਾਂ ਨਾਲੋਂ ਵੱਧ ਪਿਆਰਾ ਆਪਣਾ ਸਰੀਰ ਹੈ। ਕੋਈ ਚੋਰ, ਕੋਈ ਠੱਗ, ਕੋਈ ਰਾਹ ਮਾਰ, ਉਹ ਆ ਕੇ ਤਲਵਾਰ ਪਕੜ ਕੇ ਮਾਰਨ ਦਾ ਯਤਨ ਕਰੇ, ਜਾਨ ਤੋਂ ਮਾਰਨ ਲੱਗੇ, ਆਪਾਂ ਉਹਨੂੰ ਕਹਿੰਦੇ ਆ ਜੋ ਕੁਝ ਹੈ ਮੇਰੇ ਕੋਲੋਂ ਲੈ ਲੈ, ਜਾਨੋਂ ਨਾ ਮਾਰੀ। ਯਾਨੀ ਕਿ ਆਪਣੀ ਜਾਨ ਉਸ ਜੋ ਕੁਝ ਕੋਲ ਹੁੰਦਾ ਉਹਦੇ ਤੋਂ ਵੱਧ ਪਿਆਰੀ ਹੈ। ਫਿਰ ਉਹ ਇੱਥੋਂ ਤੱਕ, ਹਾਂ ਭਾਈ ਜਾਨੋਂ ਨਾ ਮਾਰੀ, ਜੇ ਹੱਥ ਪੈਰ ਤੋੜਨਾ, ਵੱਢਣਾ, ਕੱਟਣਾ ਕੋਈ ਕੱਟ ਦੇ, ਪਰ ਜਾਨੋਂ ਨਾ ਮਾਰੀ। ਯਾਨੀ ਕਿ ਇੰਦਰੀਆਂ ਪਿਆਰੀਆਂ ਹੁੰਦੀਆਂ ਨੇ, ਪਰ ਆਹ ਸਰੀਰ ਦੀਆਂ ਇੰਦਰੀਆਂ ਨਾਲੋਂ ਵੱਧ ਪਿਆਰੇ ਆਪਣੇ ਪ੍ਰਾਣ ਨੇ। ਵੀ ਜਾਨ ਤੋਂ ਨਾ ਮਾਰੀ, ਪ੍ਰਾਣ ਵੱਧ ਪਿਆਰੇ ਹੋਏ। ਪ੍ਰਾਣਾ ਤੋਂ ਵੀ ਵੱਧ ਪਿਆਰੀ ਹੈ ਆਪਣੀ ਨਿਜ ਆਤਮਾ। ਜਦੋਂ ਪ੍ਰਾਣ ਸਰੀਰ ਵਿੱਚ ਔਖੇ ਪ੍ਰਕਿਰਿਆ ਨਾਲ ਚੱਲ ਰਹੇ ਹੋਣ, ਤਾਂ ਅਸੀਂ ਪ੍ਰਾਣਾਂ ਦੇ ਵੀ ਤਿਆਗ ਵਾਸਤੇ ਕਹਿ ਦਿੰਦੇ ਹਾਂ ਵੀ ਇਹ ਪ੍ਰਾਣ ਨਿਕਲ ਜਾਣ ਤੇ ਸਾਡਾ ਜੀ ਸੁਖੀ ਹੋ ਜਾਏ। ਯਾਨੀ ਕਿ ਪ੍ਰਾਣਾਂ ਤੋਂ ਵੱਧ ਵੀ ਸਾਡੀ ਆਤਮਾ ਪਿਆਰੀ ਹੈ। ਫਿਰ ਜਿਹੜਾ ਉਹ ਵਾਹਿਗੁਰੂ ਹੈ, ਪਰਮੇਸ਼ਰ ਹੈ, ਉਹ ਸਾਨੂੰ ਸਾਡੀ ਨਿਜ ਆਤਮਾ ਤੋਂ ਵੀ ਵੱਧ ਪਿਆਰਾ ਹੈ। ਬਸ ਉਹਦਾ ਚਿੰਤਨ ਕਰਨ ਦੀ ਜ਼ਰੂਰਤ ਹੈ, ਉਹਨੂੰ ਚਿੰਤਨ ਵਿੱਚ ਲਿਆਉਣ ਦੀ ਜ਼ਰੂਰਤ ਹੈ। ਜਿਹੜਾ ਸਾਨੂੰ ਸਾਡੀ ਨਿਜ ਆਤਮਾ ਤੋਂ ਵੀ ਵੱਧ ਪਿਆਰਾ ਹੈ, ਉਹਨੂੰ ਕਹਿੰਦੇ ਨੇ ਪ੍ਰੀਤਮ। ਮਹਾਰਾਜ ਤੁਸੀਂ ਸਾਡੇ ਪ੍ਰੀਤਮ ਹੋ, ਪ੍ਰੇ ਆਤਮ ਹੋ, ਪਿਆਰੇ ਹੋ। ਪ੍ਰਭ ਮੇਰੇ ਮਹਾਰਾਜ ਜੀ ਤੁਸੀਂ ਸਾਡੇ ਪ੍ਰਭੂ ਹੋ, ਸਾਡੇ ਮਾਲਕ ਹੋ, ਸੁੱਖਾਂ ਦੇ ਖਜ਼ਾਨੇ ਹੋ। ਅਗਨਤ ਗੁਣ ਠਾਕੁਰ ਪ੍ਰਭ ਤੇਰੇ। हे ਪ੍ਰਭੂ ਜੀ ਤੁਹਾਡੇ ਗੁਣ ਅਣਗਿਣਤ ਨੇ, ਗਿਣੇ ਮਿਣੇ ਨਹੀਂ ਜਾ ਸਕਦੇ। ਅਗਨਤ ਗੁਣ ਮਹਾਰਾਜ ਤੁਹਾਡੇ ਅਣਗਿਣਤ ਹੀ ਗੁਣ ਨੇ। ਠਾਕੁਰ ਪ੍ਰਭ ਤੇਰੇ ਮਹਾਰਾਜ ਜੀ ਤੁਹਾਡੇ ਗੁਣ ਅਣਗਿਣਤ ਨੇ, ਗਿਣਤੀ ਮਿਣਤੀ ਵਿੱਚ ਨਹੀਂ ਆਉਂਦੇ। ਗਿਣਤੀਆਂ ਮਣਤੀਆਂ ਤੋਂ ਪਰੇ ਹਨ ਤੁਹਾਡੇ ਗੁਣ। ਕਿਤਨੇ ਕੁ ਗੁਣ ਗਿਣਾਂਗੇ ਨਿਰੰਕਾਰ ਦੇ, ਪਰਮੇਸ਼ਰ ਦੇ, ਵਿਧਾਤੇ ਦੇ। ਅਨੇਕ ਗੁਣ ਕਹਿਣ ਵਾਲਿਆਂ ਨੇ ਵੀ ਇਹੀ ਕਿਹਾ, ਹੈ ਵਾਹਿਗੁਰੂ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ। ਜਿਤਨੇ ਧਰਮ ਗ੍ਰੰਥ ਪਰਮੇਸ਼ਰ ਦੀ ਸਿਫਤ ਵਿੱਚ ਲਿਖੇ ਗਏ, ਮਹਾਂਪੁਰਸ਼ਾਂ, ਰਿਸ਼ੀਆਂ, ਮੁਨੀਆਂ, ਤਪਸਵੀਆਂ ਵੱਲੋਂ ਸਭ ਨੇ ਇਹੀ ਆਖਿਆ, ਹੈ ਵਾਹਿਗੁਰੂ ਤੇਰੇ ਗੁਣ ਅਣਗਿਣਤ ਨੇ, ਉਹ ਗਿਣਤੀ ਮਿਣਤੀ ਵਿੱਚ ਨਹੀਂ ਆਉਂਦੇ। ਤੋ ਪੰਚਮ ਪਾਤਸ਼ਾਹ ਵੀ ਫਰਮਾ ਰਹੇ ਨੇ, ਮਹਾਰਾਜ ਅਕਾਲ ਪੁਰਖ ਜੀਓ ਤੁਹਾਡੇ ਗੁਣ ਅਗਿਣਤ ਨੇ, ਗਿਣੇ ਮਿਣੇ ਨਹੀਂ ਜਾ ਸਕਦੇ। हे ਮੇਰੇ ਪ੍ਰਭੂ ਜੀ, हे ਮੇਰੇ ਠਾਕੁਰ ਜੀ। ਠਾਕੁਰ ਕਹਿੰਦੇ ਨੇ ਸੁਆਮੀ ਨੂੰ,
ਠਾਕੁਰ ਕਹਿੰਦੇ ਨੇ ਮਾਲਕ ਨੂੰ, ਠਾਕੁਰ ਕਹਿੰਦੇ ਨੇ ਆਪਣੇ ਸਿਰ ਦੇ ਸਾਈਂ ਨੂੰ, ਇਹ ਸਾਡੇ ਸਿਰਾਂ ਦੇ ਸਾਈਂ ਠਾਕੁਰ ਜੀ, ਤੁਹਾਡੇ ਗੁਣ ਅਣਗਿਣਤ ਹੀ ਹਨ ਜੋ ਗਿਣੇ ਨਹੀਂ ਜਾ ਸਕਦੇ। ਮੋਹੇ ਅਨਾਥ ਤੁਮਰੀ ਸ਼ਰਣਾਈ। ਮਹਾਰਾਜ ਜੀ ਅਸੀਂ ਅਨਾਥ ਹਾਂ ਔਰ ਤੁਹਾਡੀ ਸ਼ਰਨ ਵਿੱਚ ਆ ਮਹਾਰਾਜ। ਮੋਹੇ ਅਨਾਥ ਤੁਮਰੀ ਸ਼ਰਣਾਈ। ਮਹਾਰਾਜ ਅਸੀਂ ਅਨਾਥ ਹਾਂ ਔਰ ਤੁਹਾਡੀ ਪਨਾਹ ਵਿੱਚ ਆ, ਤੁਹਾਡੀ ਸ਼ਰਨ ਵਿੱਚ ਹਾਂ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਮੋਹਿ ਅਨਾਥ ਤੁਮਰੀ ਸਰਣਾਈ। ਮਹਾਰਾਜ ਅਸੀਂ ਅਨਾਥ ਹਾਂ ਔਰ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਹਾਂਜੀ। ਕਰ ਕਿਰਪਾ ਹਰ ਚਰਨ ਧਿਆਈ। ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਦਇਆ ਕਰੋ। ਕਰ ਕਿਰਪਾ ਮਹਾਰਾਜ, ਕਿਰਪਾ ਕਰੋ। ਹੇ ਹਰੀ ਜੀ ਸਾਡੇ ਤੇ ਕਿਰਪਾ ਕਰੋ, ਅਸੀਂ ਤੁਹਾਡੇ ਚਰਨਾਂ ਨੂੰ ਧਿਆਈਏ, ਤੁਹਾਡੇ ਚਰਨਾਂ ਦੀ ਆਰਾਧਨਾ ਕਰੀਏ। ਇਹ ਕਿਰਪਾ ਮਹਾਰਾਜ ਜੀ ਸਾਡੇ ਤੇ ਕਰ ਦਿਓ। ਤੁਹਾਡੀ ਕਿਰਪਾ ਬਿਨਾਂ ਸਾਹਿਬ ਜੀ ਤੁਹਾਡੇ ਚਰਨਾਂ ਦਾ ਧਿਆਨ ਸਾਡੇ ਹਿਰਦੇ 'ਚ ਨਹੀਂ ਵਸਣਾ। ਦਇਆ ਕਰੋ ਮਹਾਰਾਜ, ਕਿਰਪਾ ਕਰੋ, ਅਸੀਂ ਤੁਹਾਡੇ ਚਰਨਾਂ ਨੂੰ ਧਿਆਈਏ। ਦਇਆ ਕਰੋ ਬਸੋ ਮਨ ਆਏ। ਮਹਾਰਾਜ ਜੀ ਦਇਆ ਕਰੋ, ਸਾਡੇ ਮਨ 'ਚ ਆ ਕੇ ਵਸ ਜਾਓ ਮਹਾਰਾਜ। ਦਇਆ ਕਰੋ ਮਹਾਰਾਜ, ਦਇਆ ਕਰੋ। ਸਾਡੇ ਮਨ ਵਿੱਚ, ਸਾਡੇ ਹਿਰਦੇ ਵਿੱਚ, ਸਾਡੇ ਜੀੜੇ ਵਿੱਚ ਆ ਕੇ ਵਸ ਜਾਓ। ਮੋਹਿ ਨਿਰਗੁਣ ਲੀਜੈ ਲਾਡ ਲਾਏ। ਮਹਾਰਾਜ ਜੀ ਅਸੀਂ ਨਿਰਗੁਣ ਆ ਰਹੇ ਹਾਂ, ਸਾਡੇ 'ਚ ਕੋਈ ਵੀ ਗੁਣ ਨਹੀਂ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਮਹਾਰਾਜ ਅਸੀਂ ਨਿਰਗੁਣ ਆ ਰਹੇ ਹਾਂ, ਸਾਨੂੰ ਨਿਰਗੁਣ ਆਰਿਆਂ ਨੂੰ ਆਪਣੇ ਲੜ ਲਾ ਲਵੋ ਮਹਾਰਾਜ। ਸਾਨੂੰ ਆਪਣਾ ਆਸਰਾ ਬਖਸ਼ ਦਿਓ ਮਹਾਰਾਜ, ਸਾਨੂੰ ਆਪਣੇ ਚਰਨਾਂ ਦੀ ਪਨਾਹ ਬਖਸ਼ ਦਿਓ। ਰਹਾਉ ਪ੍ਰਭ ਚਿਤ ਆਵੈ ਤਾਂ ਕੈਸੀ ਪੀੜ। ਪ੍ਰਭੂ ਚੇਤੇ ਆਵੇ ਤੇ ਫਿਰ ਕਾਹਦੀ ਪੀੜ। ਜਿਨ੍ਹਾਂ ਨੂੰ ਰੱਬ ਚੇਤੇ ਹੈ, ਜਿਨ੍ਹਾਂ ਨੂੰ ਪਰਮੇਸ਼ਰ ਚੇਤੇ ਹੈ, ਉਹਨਾਂ ਨੂੰ ਕੋਈ ਭੀੜ ਨਹੀਂ ਵਿਆਪਦੀ। ਉਹ ਤਾਂ ਤਤੀਆਂ ਤਵੀਆਂ ਤੇ ਬੈਠੇ ਵੀ ਪਰਮੇਸ਼ਰ ਦੇ ਸੋਹਿਲੇ ਗਾਉਂਦੇ ਹੈ। ਆਰਿਆਂ ਦੇ ਥੱਲੇ ਬੈਠੇ ਵੀ ਨਿਰੰਕਾਰ ਦੇ ਚਿੰਤਨ ਦੇ ਰੰਗ ਵਿੱਚ ਰੰਗੇ ਹੋਏ ਜਪਜੀ ਗਾਉਂਦੇ ਨੇ। ਬੰਦ ਬੰਦ ਕਟਾਉਂਦਿਆਂ ਭਾਈ ਮਨੀ ਸਿੰਘ ਵਰਗੇ ਪਿਆਰੇ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਰਾਗ ਆਲਾਪਦੇ ਨੇ। ਜਿਨ੍ਹਾਂ ਨੂੰ ਰੱਬ ਚੇਤੇ ਹੈ ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦੀ ਭੀੜ ਨਹੀਂ ਵਿਆਪਦੀ, ਉਹਨਾਂ ਤੇ ਔਖੀ ਘੜੀ ਨਹੀਂ ਆਉਂਦੀ। ਏਦਾਂ ਕਹਿ ਸਕਦੇ ਹਾਂ, ਰੱਬ ਨੂੰ ਚੇਤੇ ਕਰਨ ਵਾਲਿਆਂ ਤੇ ਫਿਰ ਕੈਸੀ ਭੀੜ। ਹਾਂਜੀ। ਹਰ ਸੇਵਕ ਨਾਹੀ ਜਮ ਪੀੜ। ਜਿਹੜੇ ਹਰੀ ਦੇ ਸੇਵਕ ਨੇ ਨਾ,
ਉਹਨਾਂ ਨੂੰ ਜੰਮਾਂ ਦੀ ਪੀੜ ਨਹੀਂ ਵਿਆਪਦੀ। ਆਖੋ ਸਤਨਾਮ ਸ੍ਰੀ। ਹਰੀ ਦੇ ਸੇਵਕਾਂ ਨੂੰ ਜੰਮ ਪੀੜ ਨਹੀਂ ਵਿਆਪਦੀ, ਜੰਮਾਂ ਦਾ ਦਰਦ, ਜੰਮਾਂ ਦਾ ਦੁੱਖ ਨਹੀਂ ਵਿਆਪਦਾ, ਹੁੰਦਾ ਹੀ ਨਹੀਂ, ਉੱਥੇ ਨੇੜੇ ਹੀ ਨਹੀਂ, ਉਹਨਾਂ ਦੇ ਜੰਮ ਫਰਕਦੇ ਹੀ ਨਹੀਂ ਨੇੜੇ। ਹਰੀ ਦੇ ਸੇਵਕ ਜਿਹੜੇ ਹਰੀ ਦੀ ਸੇਵਾ ਕਰਦੇ ਨੇ, ਹਰੀ ਨੂੰ ਆਰਾਧਦੇ ਨੇ, ਹਰੀ ਨੂੰ ਧਿਆਉਂਦੇ ਨੇ, ਹਰੀ ਨੂੰ ਸਿਮਰਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜੰਮਾਂ ਦੀ ਪੀੜਾ ਨਹੀਂ ਵਿਆਪਦੀ। ਸਰਬ ਦੁਖ ਹਰ ਸਿਮਰਤ ਨਸੇ। ਹਰੀ ਦਾ ਸਿਮਰਨ ਕਰਦਿਆਂ, ਹਰੀ ਦਾ ਸਿਮਰਨ ਕਰਨ ਵਾਲਿਆਂ ਦੇ ਸਾਰੇ ਦੁੱਖ ਨਸ ਜਾਂਦੇ ਨੇ। ਉਹਨਾਂ ਨੂੰ ਕੋਈ ਦੁੱਖ ਕਰਕੇ ਵਿਆਪਦਾ ਹੀ ਨਹੀਂ ਹੈ। ਆਖੋ ਸਤਨਾਮ ਸ੍ਰੀ। ਹਰੀ ਦਾ ਸਿਮਰਨ ਕਰਨ ਵਾਲਿਆਂ ਨੂੰ ਕਦੇ ਵੀ ਕੋਈ ਦੁੱਖ ਕਰਕੇ ਨਹੀਂ ਵਿਆਪਦਾ। ਸਰਬ ਦੁਖ ਹਰ ਸਿਮਰਤ ਨਸੇ। ਹਰੀ ਦਾ ਸਿਮਰਨ ਕਰਦਿਆਂ ਸਾਰੇ ਦੁੱਖ ਨਸ ਜਾਂਦੇ ਨੇ। ਸਭ ਤੋਂ ਵੱਡਾ ਦੁੱਖ ਹੈ ਜਨਮ ਤੇ ਮਰਨ ਦਾ ਦੁੱਖ। ਪੂਰੇ ਵਿਸ਼ਵ ਭਰ ਦੇ ਵਿੱਚ ਅਗਰ ਕਿਸੇ ਨੇ ਸਭ ਤੋਂ ਵੱਡੇ ਦੁੱਖ ਨੂੰ ਗਿਣਨਾ ਹੋਵੇ ਤਾਂ ਸਭ ਤੋਂ ਵੱਡਾ ਦੁੱਖ ਹੈ ਜੰਮਣਾ ਤੇ ਫਿਰ ਮਰਨਾ। ਇਹਦੇ ਤੋਂ ਵੱਡਾ ਦੁੱਖ ਸੰਸਾਰ 'ਚ ਕੋਈ ਨਹੀਂ। ਤੇ ਹਰੀ ਦੇ ਸਿਮਰਨ ਦੀ ਇਹ ਬਰਕਤ ਹੈ ਕਿ ਹਰੀ ਦਾ ਸਿਮਰਨ ਕੀਤਿਆਂ ਜਨਮ ਤੇ ਮਰਨ ਦਾ ਇਹ ਦੁੱਖ ਵੀ ਨਸ਼ਟ ਭ੍ਰਸ਼ਟ ਹੋ ਜਾਂਦਾ ਹੈ। ਜਨਮ ਮਰਨ ਦੇ ਦੁੱਖ ਤੋਂ ਨਿਰਵਿਰਤੀ ਹੋ ਜਾਂਦੀ ਹੈ। ਇਹ ਹਰੀ ਦੇ ਸਿਮਰਨ ਦੀਆਂ ਬਰਕਤਾਂ ਹਨ। ਜਾਂ ਕੈ ਸੰਗ ਸਦਾ ਪ੍ਰਭ ਬਸੈ। ਜਿਸ ਦੇ ਨਾਲ ਉਹ ਪ੍ਰਭੂ ਸਦਾ ਹੀ ਵਸਦਾ ਹੈ। ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਕਹਿੰਦੇ ਜਿਹੜੇ ਹਰੀ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਉਹ ਪ੍ਰਭੂ ਸਦਾ ਹੀ ਸਾਡੇ ਨਾਲ ਵਸਦਾ ਹੈ, ਸਾਡੇ ਨਾਲ ਵਸਦਾ ਹੈ, ਹਰ ਜਗ੍ਹਾ ਤੇ ਹੈ। ਪ੍ਰਹਿਲਾਦ ਨੂੰ ਪੁੱਛਿਆ ਹਰਨਾਕਸ਼ ਨੇ, ਆਹ ਸਾਹਮਣੇ ਥੰਮ ਹੈ, ਇਹਦੇ ਚ ਹੈ? ਕਹਿੰਦੇ ਹਾਂ ਇਹਦੇ ਵਿੱਚ ਵੀ ਹੈ ਤਾਂ ਫਿਰ ਪ੍ਰਗਟ ਕਰ। ਤਾਂ ਉਸ ਥੰਮ ਦੇ ਵਿੱਚੋਂ ਨਾਰਾਇਣ ਜੀ ਉਸ ਥੰਮ ਨੂੰ ਪਾੜ ਕੇ ਪ੍ਰਗਟ ਹੋ ਜਾਂਦੇ ਹੈ, ਇਹ ਦੱਸਣ ਲਈ ਕਿ ਮੈਂ ਹਰ ਜਗ੍ਹਾ ਤੇ ਹਾਂ, ਮੈਂ ਹਰ ਥਾਂ ਤੇ ਹਾਂ। ਸਿਮਰਨ ਕਰਨ ਵਾਲੇ ਗੁਰਮੁਖਾਂ ਦੇ ਅੰਦਰ ਇਹ ਅਨੁਭਵ ਹੋ ਜਾਂਦਾ ਹੈ ਕਿ ਹਰੀ ਸਰਬ ਥਾਈ ਹੈ, ਸਰਬ ਜਗ੍ਹਾਵਾਂ ਤੇ ਹੈ। ਉਹ ਇਹ ਕਹਿੰਦੇ ਸਦਾ ਹੀ ਸਾਡੇ ਨਾਲ ਹੈ, ਸਦਾ ਹੀ ਸਾਡੇ ਅੰਗ ਸੰਗ ਵਸਦਾ ਹੈ। ਹਾਂਜੀ, ਪ੍ਰਭ ਕਾ ਨਾਮ ਮਨ ਤਨ ਆਧਾਰ। ਮੇਰੇ ਪ੍ਰਭੂ ਦਾ ਜਿਹੜਾ ਨਾਮ ਹੈ ਨਾ, ਉਹ ਸਾਡੇ ਮਨ ਦਾ ਔਰ ਸਾਡੇ ਤਨ ਦੋਨਾਂ ਦਾ ਆਧਾਰ ਹੈ, ਆਸਰਾ ਹੈ। ਪ੍ਰਭ ਕਾ ਨਾਮ ਮਨ ਤਨ ਆਧਾਰ। ਪ੍ਰਭ ਕਾ ਨਾਮ, ਪ੍ਰਭੂ ਜੀ ਦਾ ਅੰਮ੍ਰਿਤ ਨਾਮ ਮੇਰੇ ਮਨ ਔਰ ਮੇਰੇ ਤਨ ਦਾ ਆਧਾਰ ਹੈ, ਆਸਰਾ ਹੈ। ਬਿਸਰਤ ਨਾਮ ਹੋਵਤ ਤਨ ਸਾਰ। ਜਿਹਨੂੰ ਨਿਰੰਕਾਰ ਦਾ ਨਾਮ ਵਿਸਰ ਜਾਂਦਾ ਹੈ, ਨਾਮ ਦੇ ਵਿਸਰਦਿਆਂ ਹੀ ਇਹ ਸਮਝ ਲਓ ਕਿ ਉਹਦਾ ਤਨ ਖੇ ਹੈ, ਸਵਾਹ ਹੈ, ਕਿਸੇ ਕੰਮ ਦਾ ਨਹੀਂ। ਕਿਉਂਕਿ ਹਰੀ ਦਾ ਨਾਮ ਵਿਸਰਨਾ ਤੇ ਤਨ ਇੱਕ ਦਿਨ ਛਾਰ ਹੋਣਾ ਹੀ ਹੋਣਾ, ਸਵਾਹ ਹੋਣਾ ਹੀ ਹੋਣਾ। ਤਾਂ ਮਹਾਰਾਜ ਜੀ ਕਹਿੰਦੇ ਜਿਉਂਦਿਆਂ ਜੀ ਵੀ ਤਾਂ ਖੇ ਹੀ ਹੈ ਨਾ, ਫਿਰ ਉਹ ਸਵਾਹ ਹੀ ਹੈ, ਕਿਸੇ ਕੰਮ ਦਾ ਨਹੀਂ। ਜੇ ਉਹ ਸਿਮਰਨ ਨਹੀਂ ਕਰਦਾ, ਪਰਮੇਸ਼ਰ ਦਾ ਭਜਨ ਨਹੀਂ ਕਰਦਾ, ਤੇ ਫਿਰ ਇਹ ਕਾਹਦੀ ਦੁਰਲਭ ਦੇ।
ਫਿਰ ਤਾਂ ਪਸ਼ੂਆਂ ਨਾਲੋਂ ਵੀ ਮਾੜੀ ਹੈ। ਪ੍ਰਭ ਚਿਤ ਆਏ ਪੂਰਨ ਸਭ ਕਾਜ। ਜਿਨ੍ਹਾਂ ਨੂੰ ਪ੍ਰਭੂ ਚੇਤੇ ਆਉਂਦਾ ਉਹਨਾਂ ਦੇ ਸਾਰੇ ਕਾਰਜ ਪੂਰਨ ਹੋ ਜਾਂਦੇ। ਪ੍ਰਭੂ ਨੂੰ ਚੇਤੇ ਕਰਨ ਵਾਲਿਆਂ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ, ਸਾਰੇ ਕਾਰਜ ਰਾਸ ਹੋ ਜਾਂਦੇ। ਪ੍ਰਭੂ ਨੂੰ ਯਾਦ ਕਰਨ ਵਾਲਿਆਂ ਦੇ ਸਾਰੇ ਕਾਰਜ ਸਵਰ ਜਾਂਦੇ। ਇਹ ਸਿਮਰਨ ਦੀਆਂ ਬਰਕਤਾਂ ਹਨ। ਜਿਨ੍ਹਾਂ ਨੂੰ ਪ੍ਰਭੂ ਚੇਤੇ ਆਉਂਦਾ ਹੈ ਉਹਨਾਂ ਦੇ ਸਾਰੇ ਕਾਰਜ ਪ੍ਰਭੂ ਜੀ ਸਫਲੇ ਕਰ ਦਿੰਦੇ ਹਨ। ਹਰ ਬਿਸਰਤ ਸਭ ਕਾ ਮੁਹਤਾਜ। ਬੜਾ ਵੱਡਾ ਦੁੱਖ ਹੈ ਕਿਸੇ ਦਾ ਮੁਹਤਾਜ ਹੋਣਾ। ਤੁਸੀਂ ਸੁਤੰਤਰ ਹੋ ਤੇ ਆਨੰਦ ਚ, ਤੁਸੀਂ ਆਜ਼ਾਦ ਹੋ ਤਾਂ ਖੇੜੇ ਵਿੱਚ, ਪਰ ਅਗਰ ਕਿਸੇ ਦੇ ਅਧੀਨ ਹੋ, ਪਰਾਧੀਨ ਹੋ, ਪਰਤੰਤਰ ਹੋ ਤਾਂ ਦੁੱਖ ਹੈ। ਜਦੋਂ ਤੁਸੀਂ ਇਹ ਚਾਹ ਕੇ ਵੀ ਮੈਂ ਇਹ ਕਰਨਾ ਚਾਹਾਂ ਤੇ ਨਹੀਂ ਕਰ ਸਕਾਂ ਕਿਉਂਕਿ ਮੇਰੇ ਤੇ ਪਾਬੰਦੀ ਹੈ, ਅੰਕੁਸ਼ ਹੈ, ਉਹਦੇ ਦਾ ਉਸ ਦੁੱਖ ਨੂੰ ਸਭ ਤੋਂ ਵੱਡਾ ਦੁੱਖ ਕਹਿੰਦੇ ਕਿ ਤੁਹਾਡਾ ਮਨ ਕਰੇ ਮੈਂ ਇਹ ਕਰਨਾ ਚਾਹਾਂ ਪਰ ਤੁਹਾਡੇ ਸਿਰ ਤੇ ਬੈਠਾ ਦੂਜਾ ਤੁਹਾਡਾ ਮਾਲਕ ਉਹ ਕਹੇ ਨਹੀਂ, ਨਹੀਂ ਹੋ ਸਕਦਾ। ਇਹਨੂੰ ਕਹਿੰਦੇ ਨੇ ਪਰਾਧੀਨ, ਕਿਸੇ ਦੇ ਮੁਹਤਾਜ ਹੋਣਾ। ਤੁਸੀਂ ਆਪਣੇ ਕੰਮ ਲਈ ਕਿਸੇ ਦੇ ਮੁਹਤਾਜ ਹੋ, ਕਿਸੇ ਆਪਣੀ ਕਿਰਤ ਲਈ ਕਿਸੇ ਦੇ ਮੁਹਤਾਜ ਹੋ। ਜਦੋਂ ਉਹਦੇ ਘਰ ਦੇ ਵਿੱਚ ਬਾਰ-ਬਾਰ ਗੇੜੇ ਮਾਰਨੇ ਪੈਣ ਵੀ ਇਹ ਕੰਮ ਕਰ ਦੇ, ਉਹ ਨਾ ਕਰਦਾ ਹੋਵੇ, ਤੁਹਾਡੀਆਂ ਚੱਪਲਾਂ ਘਸ ਜਾਣ ਗੇੜੇ ਮਾਰਦਿਆਂ ਮਾਰਦਿਆਂ, ਉਹ ਦੁੱਖ ਜਿਸ ਮਨੁੱਖ ਦੇ ਉੱਤੇ ਆਉਂਦਾ ਹੈ ਉਹ ਜਾਣਦਾ ਹੈ ਕਿ ਕਿਸੇ ਦਾ ਮੁਹਤਾਜ ਹੋਣਾ ਕਿਤਨਾ ਦੁਖਦਾਈ ਤੇ ਪੀੜਾਦਾਇਕ ਹੈ। ਸਰੀਰ ਸਾਥ ਨਹੀਂ ਦੇ ਰਿਹਾ, ਸਰੀਰ ਦੀ ਕਿਰਿਆ ਨਹੀਂ ਕਰ ਸਕਦਾ, ਆਵਾਜ਼ਾਂ ਮਾਰਦਾ ਘਰ ਵਿੱਚ ਜੀਆਂ ਨੂੰ, ਆਓ ਮੈਨੂੰ ਵਾਸ਼ਰੂਮ ਲੈ ਚੱਲੋ, ਸੁਣਦਾ ਨਹੀਂ ਕੋਈ ਆਵਾਜ਼। ਉਹ ਆਪਣਾ ਜਦੋਂ ਉਹਨਾਂ ਦਾ ਮਨ ਕਰੇ ਆਉਂਦੇ ਹੈ, ਪਕੜਦੇ ਹੈ। ਉਹ ਮੁਹਤਾਜੀ ਜਿਹੜੀ ਹੈ ਨਾ ਉਹ ਵੀ ਬੜੀ ਭਿਆਨਕ ਹੈ। ਮੁਹਤਾਜੀ ਦੀ ਪਰਿਭਾਸ਼ਾ ਜੇ ਲੈਣੀ ਹੋਵੇ ਤੇ ਇਦਾਂ ਕਈ ਪ੍ਰਕਾਰ ਨਾਲ ਹੈ। ਜਿਨ੍ਹਾਂ ਨੂੰ ਹਰੀ ਵਿਸਰਦਾ ਉਹਨਾਂ ਨੂੰ ਜਣੇ ਖਣੇ ਦਾ ਮੁਹਤਾਜ ਹੋਣਾ ਪੈਂਦਾ, ਹਰ ਇੱਕ ਦਾ ਮੁਹਤਾਜ ਹੋਣਾ ਪੈਂਦਾ। ਤੇ ਜਿਹੜੇ ਪ੍ਰਭੂ ਦੀ ਯਾਦ ਵਿੱਚ ਉਹਦੇ ਰੰਗ ਵਿੱਚ ਰੰਗੇ ਹੋਏ ਨੇ ਉਹ ਬੇਮੁਹਤਾਜ ਹੋ ਜਾਂਦੇ ਆ। ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ। ਜਿਹੜੇ ਉਸ ਰੱਬ ਨੂੰ ਸਿਮਰਦੇ ਆ ਉਹ ਬੇਮੁਹਤਾਜ ਨੇ, ਉਹ ਬੇਮੁਹਤਾਜ ਬਾਦਸ਼ਾਹ ਹੋ ਕੇ ਸੰਸਾਰ ਦੇ ਵਿੱਚ ਪ੍ਰਗਟ ਹੁੰਦੇ ਆ। ਤੇ ਜਿਨ੍ਹਾਂ ਨੂੰ ਰੱਬ ਵਿਸਰਿਆ ਹੋਇਆ, ਹਰੀ ਵਿਸਰਿਆ ਹੋਇਆ, ਉਹਨਾਂ ਨੂੰ ਹਰ ਥਾਂ ਤੇ ਮੁਹਤਾਜੀ ਕੱਟਣੀ ਪੈਂਦੀ। ਸਭ ਕਾ ਮੁਹਤਾਜ, ਉਹਨੂੰ ਸਭ ਦਾ ਮੁਹਤਾਜ ਹੋਣਾ ਪੈਂਦਾ ਹੈ। ਚਰਨ ਕਮਲ ਸੰਗ ਲਾਗੀ ਪ੍ਰੀਤ। ਜਿਨ੍ਹਾਂ ਦੀ ਪਾਰ ਬ੍ਰਹਮ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਪ੍ਰੀਤ ਲੱਗ ਗਈ, ਜਿਨ੍ਹਾਂ ਦੀ ਨਿਰੰਕਾਰ ਵਿਧਾਤੇ ਦੇ ਚਰਨ ਕਮਲਾਂ ਦੇ ਨਾਲ ਪ੍ਰੀਤ ਲੱਗ ਗਈ ਹੈ। ਬਿਸਰ ਗਈ ਸਭ ਦੁਰਮਤ ਰੀਤ। ਉਹਦੀਆਂ ਜਿੰਨੀਆਂ ਖੋਟੀਆਂ ਰੀਤੀਆਂ ਸੀ, ਜਿਤਨੀਆਂ ਖੋਟੀਆਂ ਵਿਰਤੀਆਂ ਸੀ, ਸਭ ਬਿਨਸ ਗਈਆਂ। ਉਹ ਸਰਬ ਦੁਰਮਤ ਖੋਟੀਆਂ ਰੀਤੀਆਂ ਤੋਂ ਰਹਿਤ ਹੋ ਗਿਆ। ਮਨ ਤਨ ਅੰਤਰ ਹਰ ਹਰ ਮੰਤ। ਜਿਨ੍ਹਾਂ ਦੇ ਮਨ ਔਰ ਤਨ ਦੇ ਅੰਦਰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਮੰਤਰ ਵਸਦਾ ਹੈ, ਜਿਨ੍ਹਾਂ ਦੇ ਮਨ ਔਰ ਤਨ ਵਿੱਚ ਹਰੀ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਮੰਤਰ ਵਸਦਾ ਹੈ। ਨਾਨਕ ਭਗਤਨ ਕੈ ਘਰ ਸਦਾ ਆਨੰਦ। ਉਹਨਾਂ ਭਗਤਾਂ ਦੇ ਹਿਰਦਿਆਂ ਵਿੱਚ ਸਦਾ ਆਨੰਦ ਹੈ, ਸਦਾ ਖੇੜਾ ਹੈ, ਸਦਾ ਵਿਗਾਸ ਹੈ। ਜਿਨ੍ਹਾਂ ਦੇ ਮਨ ਵਿੱਚ ਗੁਰ ਮੰਤਰ ਵਸਦਾ ਨਾ,
ਪਾਤਸ਼ਾਹ ਕਹਿੰਦੇ ਗੁਰ ਮੰਤਰ ਦਾ ਅਭਿਆਸ ਕਰਨ ਵਾਲੇ ਭਗਤਾਂ ਦੇ ਹਿਰਦਿਆਂ 'ਚ ਸਦਾ ਹੀ ਆਨੰਦ ਹੈ। ਨਾਨਕ ਭਗਤਨ ਕੈ ਘਰ, ਹਿਰਦੇ ਰੂਪੀ ਘਰ ਵਿੱਚ ਸਦਾ ਆਨੰਦ। ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਸਦਾ ਆਨੰਦ ਹੈ, ਸਦਾ ਹੀ ਖੇੜਾ ਹੈ, ਸਦਾ ਹੀ ਵਿਗਾਸ ਹੈ।